ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਸਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਮਤਿ ਵਿਚਾਰ ਨਾਲ ਜੋੜੀਏ। ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕਰਾਂਗੇ। ਉਸ ਤੋਂ ਪਹਿਲਾਂ ਮੈਂ ਆਪ ਸਾਰੀ ਸੰਗਤ ਨਾਲ 1-2 ਮਿੰਟ ਦੀ ਵਿਚਾਰ ਸਾਂਝੀ ਕਰਨਾ ਚਾਹੁੰਦਾ। ਉਹ ਵਿਚਾਰ ਇਹ ਹੈ ਕਿ ਅਸੀਂ ਸਮੁੱਚੀ ਮਾਨਵਤਾ ਮਾਨੋ ਵਿਸ਼ਵ ਯੁੱਧ ਵਿੱਚ ਪਹੁੰਚੇ ਹੋਏ ਹਾਂ। ਇਹ ਜਿਹੜਾ ਵਿਸ਼ਵ ਯੁੱਧ ਹੈ, ਇਹ ਹੈ ਕਰੋਨਾ ਵਾਇਰਸ ਵਾਲਾ। ਇਸ ਨੇ ਕੋਈ ਜਗ੍ਹਾ ਨਹੀਂ ਛੱਡੀ। ਇਸ ਨੇ ਹੁਣ ਤੀਸਰਾ ਹਮਲਾ ਮਾਨਵਤਾ 'ਤੇ ਸ਼ੁਰੂ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਹਰ ਤਰ੍ਹਾਂ ਨਾਲ, ਜਿਵੇਂ ਸਾਡੇ ਸਿਆਣੇ ਲੋਕ, ਡਾਕਟਰ ਸਾਹਿਬਾਨ, ਸਾਇੰਸਦਾਨ ਜੋ ਸਾਨੂੰ ਹਿਦਾਇਤਾਂ ਜਾਰੀ ਕਰਦੇ ਨੇ, ਸਾਨੂੰ ਉਹਨਾਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਕਿ ਅਸੀਂ ਜੋ ਮਨੁੱਖ ਜਾਤੀ ਵਿੱਚ ਜਿੰਨੇ ਵੀ ਜੀਅ ਪੈਦਾ ਹੋਏ ਹਾਂ, ਸਾਡਾ ਨਾ ਇੱਕ ਸੁਭਾਅ ਹੈ, ਅਸੀਂ ਬੀਤੇ ਨੂੰ ਬੜੀ ਛੇਤੀ ਨਾਲ ਭੁੱਲ ਜਾਂਦੇ ਹਾਂ। ਸਾਨੂੰ ਇਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ, ਸਾਨੂੰ ਚੇਤਾ ਰੱਖਣੀਆਂ ਚਾਹੀਦੀਆਂ ਨੇ। ਜਦੋਂ ਇਹ ਕਰੋਨਾ ਦਾ ਦੌਰ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ, ਉਦੋਂ ਸਾਡੇ ਸਾਰਿਆਂ ਦੇ ਸੁਭਾਅ ਬਦਲ ਗਏ ਸਨ। ਅਸੀਂ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਰੱਖਣ ਲੱਗ ਪਏ ਸਾਂ, ਕਿਉਂਕਿ ਹਰ ਬੰਦੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਮੇਰੀ ਵਾਰੀ ਕਦੋਂ ਆ ਜਾਣੀ ਹੈ ਤੇ ਮੈਂ ਕਿਉਂ ਕਿਸੇ ਨਾਲ ਨਫ਼ਰਤ ਕਰਾਂ, ਕਿਉਂ ਕਿਸੇ ਦੇ ਨਾਲ ਕੋਈ ਬੁਰਾ ਵਿਵਹਾਰ ਕਰਾਂ। ਉਦੋਂ ਅਸੀਂ ਇਸ ਤਰ੍ਹਾਂ ਮਨ ਹੀ ਮਨ ਮੰਨਣ ਲੱਗ ਪਏ ਸਾਂ। ਲੇਕਿਨ ਜਿਵੇਂ ਹੀ ਥੋੜ੍ਹੀ ਜਿਹੀ ਸਾਨੂੰ ਢਿੱਲ ਮਿਲੀ ਏ, ਅਸੀਂ ਫਿਰ ਆਪਣੀ ਉਸੇ ਹੀ ਜਗ੍ਹਾ 'ਤੇ ਪੁਰਾਣੀ 'ਤੇ ਆ ਗਏ ਹਾਂ। ਪੂਰੇ ਵਿਸ਼ਵ ਵਿੱਚ, ਪੂਰੇ ਸੰਸਾਰ ਪੱਧਰ 'ਤੇ ਤੁਸੀਂ ਝਾਤੀ ਮਾਰ ਕੇ ਵੇਖੋ, ਫਿਰ ਉਸੇ ਤਰ੍ਹਾਂ ਹੀ ਅਸੀਂ ਮਾਨਵਤਾ ਨੇ, ਯਾਨੀ ਮਨੁੱਖ ਨੇ ਮਨੁੱਖ ਉੱਤੇ ਹੀ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਨੇ। ਉਹੋ ਹੀ ਚੋਰੀਆਂ, ਡਾਕੇ, ਧਾੜੇ, ਉਹੋ ਹੀ ਕਤਲੋ ਗਾਰਦ ਫਿਰ ਅਸੀਂ ਪੂਰੀ ਦੁਨੀਆ ਵਿੱਚ ਮਚਾ ਦਿੱਤੀ ਏ। ਸਾਨੂੰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਸਭਨਾਂ ਨੂੰ, ਸਾਰੀ ਮਾਨਵਤਾ ਨੂੰ ਹੀ ਇਹ ਗੱਲ ਸਮਝਣੀ ਚਾਹੀਦੀ ਹੈ। ਜਿਹੜਾ ਸਾਡਾ ਜੀਵਨ ਸ਼ੈਲੀ ਹੈ ਨਾ ਜੀ, ਜਿਹੜੀ ਆਪਣੀ, ਜਿਹਨੂੰ ਅਸੀਂ ਲਾਈਫ ਸਟਾਈਲ ਕਹਿੰਦੇ ਹਾਂ, ਉਹ ਤਬਦੀਲ ਕਰਨ ਦੀ ਜ਼ਰੂਰਤ ਹੈ। ਕੇਵਲ ਕਰੋਨਾ ਦੇ ਡਰ ਤੋਂ ਹੀ ਨਹੀਂ, ਸਗੋਂ ਇਹ ਮਨੁੱਖ ਦਾ ਇੱਕ ਫਰਜ਼ ਹੈ, ਸਾਡਾ ਇਹ ਧਰਮ ਹੈ ਕਿ ਅਸੀਂ ਇੱਕ ਚੰਗੇ ਨੇਕ ਇਨਸਾਨ ਬਣੀਏ। ਜੀਵਨ ਸ਼ੈਲੀ ਬਦਲਣ ਤੋਂ ਮੇਰਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਕੋਈ ਪਹਿਰਾਵਾ ਬਦਲ ਲਈਏ, ਕੋਈ ਖਾਣ ਪੀਣ ਬਦਲ ਲਈਏ, ਕੋਈ ਘਰ-ਬਾਰ ਬਦਲ ਲਈਏ, ਜਾਂ ਕੰਮ ਧੰਦੇ, ਬਿਜ਼ਨਸ, ਵਪਾਰ ਬਦਲ ਲਈਏ। ਇਹਦੇ ਤੋਂ ਨਹੀਂ, ਮੇਰੀ ਮੁਰਾਦ ਹੈ ਸਾਨੂੰ ਆਪਣੀ ਸੁਰਤ ਬਦਲਣੀ ਚਾਹੀਦੀ ਹੈ। ਸਾਡੀ ਸੁਰਤ ਵਿੱਚ ਜਿਹੜੀਆਂ ਇਹ ਚੀਜ਼ਾਂ ਬੈਠੀਆਂ ਨੇ, ਫੜ ਲਓ ਮਾਰ ਲਓ ਵਾਲੀਆਂ,
ਇਹਨਾਂ ਦਾ ਸਾਨੂੰ ਤਿਆਗ ਕਰਨਾ ਚਾਹੀਦਾ ਤੇ ਬੜੇ ਸੁੱਖ ਨਾਲ ਤੇ ਸ਼ਾਂਤੀ ਪੂਰਵਕ ਸਾਨੂੰ ਜੀਵਨ ਜਿਉਣਾ ਚਾਹੀਦਾ ਹੈ। ਤੇ ਜਿਹੜੇ ਦੂਸਰੇ ਲੋਕ ਨੇ ਜਾਂ ਹੋਰ ਇਸ ਕੁਦਰਤ ਵਿੱਚ ਬਾਕੀ ਜੀਵ ਰੱਬ ਨੇ ਪੈਦਾ ਕੀਤੇ ਨੇ, ਉਹਨਾਂ ਨੂੰ ਸ਼ਾਂਤੀ ਪੂਰਵਕ ਜਿਉਣ ਵਾਸਤੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸਾਨੂੰ। ਜਦੋਂ ਮੈਂ ਗੱਲ ਕਰਦਾ ਸੁਰਤ ਸਾਨੂੰ ਬਦਲਣੀ ਚਾਹੀਦੀ ਏ, ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਸੁਰਤ ਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਸਾਰੇ ਧੰਦੇ ਕਰਦਿਆਂ ਹੋਇਆਂ ਸੁਰਤ ਨੂੰ ਮੋੜ ਕੇ ਉੱਥੇ ਲਿਜਾਣਾ ਚਾਹੀਦਾ ਜਿੱਥੋਂ ਇਹ ਟੁੱਟੀ ਸੀ। ਟੁੱਟੀ ਕਿੱਥੋਂ ਸੀ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਆਪਾਂ ਸੰਸਾਰ ਵਿੱਚ ਆਉਂਦੇ ਆ ਤੇ ਜਿਵੇਂ ਸਾਨੂੰ ਇਹ ਸੰਸਾਰ ਦੀ ਹਵਾ ਲੱਗਦੀ ਏ, ਸਾਡੀ ਜਿਹੜੀ ਲਿਵ ਵਾਹਿਗੁਰੂ ਜੀ ਨਾਲ ਜੁੜੀ ਹੁੰਦੀ ਉਹ ਟੁੱਟ ਜਾਂਦੀ ਏ। ਇਹ ਮਾਇਆ ਦੇ ਹੁਕਮ ਵਿੱਚ ਅਸੀਂ ਆ ਜਾਂਦੇ ਆ, ਉੱਥੋਂ ਹੀ ਸਾਡੀ ਲਿਵ ਟੁੱਟੀ ਏ ਰੱਬ ਨਾਲੋਂ। ਤੇ ਉਹਦੇ ਨਾਲ ਹੀ ਫਿਰ ਆਪਾਂ ਵਾਪਸ ਇਸ ਨੂੰ ਜੋੜਨਾ ਹੈ। ਤੇ ਜੋੜਨ ਲਈ ਸਾਨੂੰ ਸਿਰਫ ਆਪਣੇ ਅੰਦਰਲੇ ਨੂੰ ਤਬਦੀਲ ਕਰਨ ਦੀ ਲੋੜ ਏ। ਬਾਹਰੋਂ ਕੁਝ ਵੀ ਨਹੀਂ ਬਦਲਣਾ, ਸਿਰਫ ਅੰਦਰਲੇ ਨੂੰ ਬਦਲਣਾ ਹੈ। ਅਸੀਂ ਭਲੇ ਕਰਮ ਕਰਨੇ ਨੇ, ਵਾਹਿਗੁਰੂ ਜੀ ਨੂੰ ਚੇਤੇ ਰੱਖਣਾ ਹੈ, ਇਮਾਨਦਾਰੀ ਨਾਲ ਆਪਣਾ ਕਿੱਤਾ ਕਰਨਾ ਹੈ, ਆਪ ਸੁੱਖ ਨਾਲ ਜੀਵੀਏ, ਦੂਜਿਆਂ ਨੂੰ ਸੁੱਖ ਨਾਲ ਜੀਵਨ ਵਿੱਚ ਉਹਨਾਂ ਦਾ ਸਹਿਯੋਗ ਕਰੀਏ। ਬਸ ਇੰਨੀ ਗੱਲ ਮੈਂ ਆਪ ਜੀ ਨਾਲ ਕਰਨਾ ਚਾਹੁੰਦਾ ਸਾਂ ਕਿ ਅਸੀਂ ਨਾ ਜਦੋਂ ਦੁਨੀਆ ਭਰ ਦੀਆਂ ਹੁਣ ਨਿਊਜ਼ ਆਪਾਂ ਵੇਖਦੇ ਹਾਂ, ਪੜ੍ਹਦੇ ਸੁਣਦੇ ਹਾਂ, ਤੇ ਮਨੁੱਖ ਫਿਰ ਉਸੇ ਹੀ ਥਾਂ ਤੇ ਚਲਾ ਗਿਆ ਹੈ ਜਿੱਥੇ ਪਹਿਲਾਂ ਸੀ। ਸਾਨੂੰ ਨਹੀਂ ਜਾਣਾ ਚਾਹੀਦਾ, ਸਾਨੂੰ ਗੁਰੇਜ਼ ਕਰਨਾ ਚਾਹੀਦਾ। ਸੋ ਆਓ ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ। ਜਿਹੜੀ 7 ਤਰੀਕ ਬੀਤੀ ਹੈ, ਸੈਪਟੈਂਬਰ 7, ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਸੀ। ਇਹ ਪ੍ਰਕਾਸ਼ ਦਿਵਸ ਉਸ ਦਿਨ ਨੂੰ ਆਪਾਂ ਆਖਦੇ ਹਾਂ ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ ਦਿਨ, ਉਦੋਂ ਇਸ ਬੀੜ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਆਖਿਆ ਜਾਂਦਾ, ਉਦੋਂ ਇਹਨੂੰ ਕਹਿੰਦੇ ਸਨ ਪੋਥੀ ਸਾਹਿਬ ਜਾਂ ਆਦ ਬੀੜ ਸਾਹਿਬ। ਸੋ ਇਸ ਆਦ ਬੀੜ ਸਾਹਿਬ ਦਾ ਪਹਿਲੇ ਦਿਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਸੀ, ਤੇ ਪ੍ਰਕਾਸ਼ ਕਰਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਆਦੇਸ਼ ਦਿੱਤਾ ਕਿ ਤੁਸੀਂ ਇੱਕ ਸ਼ਬਦ ਪੜ੍ਹੋ ਪ੍ਰਕਾਸ਼ ਕਰਕੇ। ਪ੍ਰਕਾਸ਼ ਕਰਨ ਤੋਂ ਮਤਲਬ ਹੁੰਦਾ ਹੈ ਗ੍ਰੰਥ ਨੂੰ ਖੋਲ੍ਹਣਾ, ਤੇ ਪ੍ਰਕਾਸ਼ ਕਰਨਾ ਅਸੀਂ ਇਹ ਸਤਿਕਾਰ ਨਾਲ ਇਹ ਸ਼ਬਦ ਵਰਤਦੇ ਹਾਂ। ਵੈਸੇ ਪ੍ਰਕਾਸ਼ ਕਰਨ ਤੋਂ ਮਤਲਬ ਹੈ ਗ੍ਰੰਥ ਸਾਹਿਬ ਨੂੰ ਖੋਲ੍ਹਣਾ। ਤੇ ਜਦੋਂ ਗ੍ਰੰਥ ਸਾਹਿਬ ਖੋਲ੍ਹਿਆ ਤੇ ਸਤਿਗੁਰਾਂ ਨੇ ਆਖਿਆ ਬਾਬਾ ਬੁੱਢਾ ਜੀ ਇੱਕ ਸ਼ਬਦ ਪੜ੍ਹੋ। ਉਹ ਸ਼ਬਦ ਜਿਹੜਾ ਉਹਨਾਂ ਨੇ ਉਸ ਦਿਨ ਪੜ੍ਹਿਆ, ਉਹ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸ਼ਬਦ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ RAM। ਇਹ ਸ਼ਬਦ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ ਸੀ। ਉਸ ਸ਼ਬਦ ਨੂੰ ਅੱਜ ਆਪਾਂ ਹੁਕਮਨਾਮਾ ਆਖਦੇ ਹਾਂ ਜਾਂ ਆਪਾਂ ਸ੍ਰੀ ਮੁਖ ਵਾਕ ਆਖਦੇ ਹਾਂ। ਵੀ ਗੁਰੂ ਗ੍ਰੰਥ ਸਾਹਿਬ ਨੂੰ ਖੋਲੀਏ, ਪ੍ਰਕਾਸ਼ ਕਰੀਏ, ਉਹਦੇ ਵਿੱਚੋਂ ਜਿੱਥੋਂ ਵੀ ਖੁੱਲੇ ਇੱਕ ਸ਼ਬਦ ਪੜ੍ਹੀਏ, ਉਸ ਸ਼ਬਦ ਨੂੰ ਅੱਜ ਆਪਾਂ ਸ੍ਰੀ ਮੁਖ ਵਾਕ ਜਾਂ ਹੁਕਮਨਾਮਾ ਦੇ ਨਾਮ ਨਾਲ ਸੰਬੋਧਨ ਕਰਦੇ ਹਾਂ। ਸੋ ਇਹ ਸੀ ਪਹਿਲੇ ਦਿਨ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਗਿਆ, ਖੋਲ ਕੇ ਇੱਕ ਆਵਾਜ਼, ਇੱਕ ਸ਼ਬਦ ਪੜ੍ਹਿਆ ਗਿਆ। ਸਤਿਗੁਰਾਂ ਨੇ ਫਰਮਾਇਆ ਸੀ ਜੋ ਇਤਿਹਾਸ ਵਿੱਚ ਬਚਨ ਲਿਖਿਆ ਹੋਇਆ ਹੈ, ਬਾਬਾ ਬੁੱਢਾ ਖੋਲੋ ਗ੍ਰੰਥ ਲਓ ਆਵਾਜ਼ਾ ਸੁਣੇ ਸਭ ਪੰਥ। ਉੱਥੇ ਪੰਥ ਦਾ ਮਤਲਬ ਇਹ ਨਹੀਂ ਸੀ ਕਿ ਸਿੱਖ ਲੋਕ ਸੁਣਨ। ਸਾਡਾ ਨਾ ਮਨੁੱਖ ਜਾਤੀ ਦਾ ਇੱਕ ਪੰਥ ਹੈ। ਪੰਥ ਮੈਨੇ ਅਸਲ 'ਚ ਰਸਤਾ ਹੁੰਦਾ ਹੈ, ਤੇ ਮਨੁੱਖ ਜਾਤੀ ਦਾ ਇੱਕ ਰਸਤਾ ਹੈ। ਉਹ ਰਸਤਾ ਇਸ ਜੀਵਨ ਤੋਂ ਉੱਚਿਆਂ ਉੱਠ ਕੇ ਪ੍ਰਭੂ ਨਾਲ ਮਿਲਣਾ ਜਾਂ ਉਹਦੇ ਵਿੱਚ ਅਭੇਦ ਹੋਣਾ। ਉਹ ਰਸਤਾ ਬੜਾ ਸੁਖੈਨ ਜਿਹਾ ਮਾਰਗ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਿਖਾਇਆ।
ਤੇ ਉਸ ਰਸਤੇ ਦੀ ਗੱਲ ਕਰਦਿਆਂ ਗੁਰੂ ਸਾਹਿਬ ਨੇ ਆਖਿਆ ਸੀ ਕਿ ਇੱਕ ਸ਼ਬਦ ਪੜੋ ਜਿਸ ਨੂੰ ਸਾਰੀ ਮਾਨਵਤਾ ਸੁਣ ਲਵੇ ਤੇ ਇਸ ਪੰਥ ਤੇ ਇਸ ਮਾਰਗ ਤੇ ਚੱਲੇ ਕਿ ਅਸੀਂ ਦੁਨੀਆ ਵਿੱਚ ਰਹਿੰਦੇ ਹੋਏ ਆਪਣੇ ਗ੍ਰਸਤ ਦੇ ਕਾਰਜਾਂ ਨੂੰ ਕਰਦੇ ਹੋਏ ਉਸ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਆਪਾਂ ਜੁੜਨਾ ਹੈ। ਸੋ ਇਹ ਸੀ ਪਹਿਲੇ ਦਿਨ ਦਾ ਪ੍ਰਕਾਸ਼। ਇਸੇ ਹੀ ਆਦਿ ਬੀੜ ਸਾਹਿਬ ਜੀ ਨੂੰ ਯਾਨੀ ਇਹਦਾ ਜਿਹੜਾ ਪ੍ਰਕਾਸ਼ 1 ਸਤੰਬਰ 1604 ਨੂੰ ਕੀਤਾ ਗਿਆ ਸੀ, ਉਸੇ ਹੀ ਆਦਿ ਬੀੜ ਸਾਹਿਬ ਨੂੰ 1708 ਵਿੱਚ ਯਾਨੀ 104 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਨੰਦੇੜ ਵਿਖੇ, ਜਿਸ ਨੂੰ ਆਪਾਂ ਹਜ਼ੂਰ ਸਾਹਿਬ ਆਖਦੇ ਹਾਂ, ਉਸ ਜਗ੍ਹਾ ਤੇ ਇਸ ਆਦਿ ਬੀੜ ਸਾਹਿਬ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ ਸੀ ਔਰ ਉਹਨਾਂ ਨੇ ਆਖਿਆ ਸੀ ਅੱਜ ਤੋਂ ਮੈਂ ਜਿਹੜਾ ਸਾਡਾ ਗੁਰੂ ਵਾਲਾ ਸਰੀਰਕ ਨਾਤਾ ਸੀ ਉਸ ਨੂੰ ਅਲੋਪ ਕਰਦਾ ਹਾਂ ਤੇ ਮੈਂ ਤੁਹਾਨੂੰ ਪੂਰਨ ਤੌਰ ਤੇ ਸ਼ਬਦ ਨਾਲ ਜੁੜਨ ਦੀ ਤਾਕੀਦ ਕਰਦਾ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਪਹਿਲੇ ਜਾਮੇ ਵਿੱਚ ਵੀ ਸ਼ਬਦ ਨਾਲ ਜੁੜਨ ਲਈ ਆਖਿਆ ਸੀ, ਕਿਸੇ ਆਕਾਰ ਨਾਲ ਜੁੜਨ ਲਈ ਨਹੀਂ ਸੀ ਆਖਿਆ। ਲੇਕਿਨ ਗੁਰੂ ਨਾਨਕ ਸਾਹਿਬ ਤੋਂ ਬਾਅਦ 9 ਜਾਮੇ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਧਾਰਾ ਵਾਲੇ ਹੋਰ ਬਣੇ ਤੇ 10ਵੇਂ ਜਾਮੇ ਵਿੱਚ ਜਾ ਕੇ ਉਹਨਾਂ ਨੇ ਆਖਿਆ ਵੀ ਜਿਹੜਾ ਪਹਿਲਾ ਸਿਧਾਂਤ ਹੈ ਸਾਡਾ ਸ਼ਬਦ ਗੁਰੂ ਵਾਲਾ, ਹੁਣ ਤੁਸੀਂ ਸ਼ਬਦ ਗੁਰੂ ਨਾਲ ਹੀ ਜੁੜਨਾ, ਵਿੱਚੋਂ ਦੇਹ ਨੂੰ ਇੱਕ ਪਾਸੇ ਕਰ ਦੇਣਾ। ਯਾਨੀ ਹੁਣ ਸਰੀਰ ਗੁਰੂ ਨਹੀਂ, ਸਿੱਖ ਮੱਤ ਦੇ ਅਨੁਸਾਰ ਹੁਣ ਤੁਹਾਡਾ ਗੁਰੂ ਸ਼ਬਦ ਹੋਏਗਾ। ਜੇ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਸਮਝਣਾ ਹੋਵੇ ਤੇ ਵੈਸੇ ਹਮੇਸ਼ਾ ਹੀ ਸ਼ਬਦ ਗੁਰੂ ਹੁੰਦਾ ਹੈ। ਸਾਇੰਸਦਾਨ ਜੀ ਇੱਕ ਗੱਲ ਆਖਦੇ ਨੇ, ਉਹ ਕਹਿੰਦੇ ਨੇ ਜਦੋਂ ਬੱਚਾ ਜਨਮ ਲੈਂਦਾ ਹੈ ਨਾ, ਉਸ ਨੂੰ ਕਿਸੇ ਇਹੋ ਜਿਹੀ ਇਕਾਂਤ ਜਗ੍ਹਾ ਤੇ ਰੱਖਿਆ ਜਾਏ ਜਿੱਥੇ ਉਹਦੇ ਕੰਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਆਵਾਜ਼ ਨਾ ਪਵੇ। ਜੇ ਬੱਚੇ ਦੇ ਕੰਨਾਂ ਵਿੱਚ ਆਵਾਜ਼ ਨਾ ਪਵੇ ਤੇ ਬੱਚਾ ਬੋਲਣ ਦੀ ਸਮਰੱਥਾ ਖੋ ਬੈਠਦਾ, ਉਹ ਕਦੀ ਬੋਲ ਨਹੀਂ ਸਕਦਾ। ਉਹ ਬੋਲਦਾ ਹੀ ਤਾਂ ਹੈ ਸਾਨੂੰ ਸੁਣ ਕੇ, ਜਿਵੇਂ ਦਾ ਅਸੀਂ ਮੂੰਹ ਬਣਾਉਂਦੇ ਹਾਂ, ਜਿਹੋ ਜਿਹੀ ਅਸੀਂ ਆਵਾਜ਼ ਕੱਢਦੇ ਹਾਂ, ਜਿਹੋ ਜਿਹੇ ਅਸੀਂ ਸ਼ਬਦ ਉਚਾਰਦੇ ਹਾਂ, ਬੱਚਾ ਫਿਰ ਹੌਲੀ ਹੌਲੀ ਸਾਡੀ ਨਕਲ ਕਰਨਾ ਸ਼ੁਰੂ ਕਰਦਾ ਹੈ ਕਿ ਉਹ ਨਕਲ ਜੋ ਅਸੀਂ ਬੋਲਦੇ ਹਾਂ ਬਸ ਉਹਦੀ ਨਕਲ ਹੀ ਉਹ ਬੋਲਣਾ ਸ਼ੁਰੂ ਕਰ ਦਿੰਦਾ ਹੈ। ਜੇ ਉਹਦੇ ਕੰਨਾਂ 'ਚ ਕੋਈ ਆਵਾਜ਼ ਨਾ ਪਵੇ ਕਿਸੇ ਕਿਸਮ ਦੀ, ਉਹ ਕਦੀ ਬੋਲ ਨਹੀਂ ਪਾਏਗਾ। ਸੋ ਇੱਥੋਂ ਹੀ ਸ਼ੁਰੂ ਹੋ ਜਾਂਦਾ ਜੀ ਸ਼ਬਦ ਗੁਰੂ, ਕਿਉਂਕਿ ਬੱਚਾ ਬੋਲਿਆ ਹੀ ਤਾਂ ਜੇ ਉਹਦੇ ਕੰਨਾਂ ਵਿੱਚ ਕੋਈ ਸ਼ਬਦ ਪਏ ਨੇ ਤੇ ਉਹਨੂੰ ਨਹੀਂ ਪਤਾ ਕਿ ਇਹ ਸ਼ਬਦ ਪਾਉਣ ਵਾਲਾ ਮੇਰੀ ਮਾਂ ਹੈ, ਮੇਰਾ ਪਿਓ ਹੈ, ਭਰਾ ਹੈ, ਕੋਈ ਗੁਆਂਢੀ ਹੈ, ਕੌਣ ਹੈ ਕੌਣ ਨਹੀਂ, ਉਹਨੂੰ ਬਿਲਕੁਲ ਨਹੀਂ ਪਤਾ। ਇਸ ਚੀਜ਼ ਤੋਂ ਬਿਲਕੁਲ ਉਹ ਅਭਿੱਗ ਹੁੰਦਾ ਹੈ। ਲੇਕਿਨ ਉਹਦੇ ਕੰਨਾਂ 'ਚ ਆਵਾਜ਼ ਪਈ, ਉਹ ਕਿਹਦੀ ਆਵਾਜ਼ ਹੈ ਇਹ ਨਹੀਂ ਪਤਾ, ਪਰ ਉਹ ਆਵਾਜ਼ ਇੱਕ ਸ਼ਬਦ ਉਹਦੇ ਅੰਦਰ ਗਿਆ ਜਿਸ ਸ਼ਬਦ ਨੇ ਉਸ ਨੂੰ ਬੋਲਣ ਦੀ ਦਾਤ ਬਖਸ਼ਿਸ਼ ਕੀਤੀ। ਅਸੀਂ ਵੱਡੇ ਹੁੰਨੇ ਆ, ਮਾਤਾ ਪਿਤਾ ਦੇ ਸ਼ਬਦ ਹੀ ਅਸੀਂ ਸੁਣਦੇ ਹਾਂ। ਹੋਰ ਵੱਡੇ ਹੁੰਨੇ ਆ, ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਹੋ, ਕੋਈ ਡਾਕਟਰ ਬਣਿਆ ਹੈ, ਕੋਈ ਮਾਸਟਰ ਬਣਿਆ ਹੈ, ਕੋਈ ਜੱਜ ਬਣਿਆ ਹੈ, ਕੋਈ ਲਾਇਰ ਬਣਿਆ ਹੈ। ਇਹ ਸਭ ਕਿਵੇਂ ਬਣੇ ਹੋ ਤੁਸੀਂ? ਸ਼ਬਦ ਸੁਣ ਕੇ ਹੀ ਤੇ ਬਣੇ ਜੇ, ਹੋਰ ਕੁਝ ਵੀ ਨਹੀਂ। ਤੁਸੀਂ ਸ਼ਬਦ ਪੜ੍ਹੇ ਨੇ, ਸ਼ਬਦ ਸੁਣੇ ਨੇ, ਉਹਨਾਂ ਦੇ ਆਧਾਰ ਤੇ ਤੁਸੀਂ ਅੱਗੇ ਅੱਗੇ ਤਰੱਕੀ ਕੀਤੀ ਹੈ। ਸਾਡਾ ਸ਼ਬਦ ਹੀ ਗੁਰੂ ਹੈ ਹਰ ਵਕਤ। ਜਿਸ ਕਿਸੇ ਪ੍ਰੋਫੈਸਰ ਨੇ ਤੁਹਾਨੂੰ ਸਕੂਲ ਵਿੱਚ ਪੜ੍ਹਾਇਆ ਹੋਏਗਾ, ਉਹ ਸਦਾ ਤੁਹਾਡੇ ਨਾਲ ਨਹੀਂ ਰਹਿੰਦਾ, ਲੇਕਿਨ ਉਹਦੇ ਬੋਲੇ ਹੋਏ ਵਚਨ ਜਿਹੜੇ ਨੇ ਉਹ ਤੁਹਾਡੇ ਨਾਲ ਰਹਿੰਦੇ ਨੇ, ਉਹ ਸਾਰੀ ਜ਼ਿੰਦਗੀ ਤੁਹਾਨੂੰ ਕੰਮ ਆਉਂਦੇ ਨੇ। ਇਸੇ ਨੂੰ ਹੀ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ। ਅੱਜ ਤੁਸੀਂ ਕਿਸੇ ਮਹਾਂਪੁਰਸ਼ ਕੋਲ ਜਾਓ, ਤੁਹਾਨੂੰ ਉਹ ਕੋਈ ਸੱਜਣ, ਕੋਈ ਸੰਤ ਪਿਆਰਾ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਵਿਖਾ ਦੇਵੇ ਤੇ ਫਿਰ ਉਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਇਸ ਰਸਤੇ ਤੇ ਹੁਣ ਚੱਲਣਾ ਹੈ, ਤੁਸੀਂ ਆਪ ਮਿਹਨਤ ਕਰਨੀ ਹੈ, ਮਸ਼ੱਕਤ ਘਾਲਣੀ ਹੈ। ਉਹ ਦੱਸਣ ਵਾਲਾ ਗੁਰੂ, ਮਹਾਂਪੁਰਸ਼, ਸੰਤ, ਭਗਤ ਤੁਹਾਡੇ ਨਾਲ ਹਰ ਵਕਤ ਨਹੀਂ ਹੁੰਦਾ।
ਲੇਕਿਨ ਉਹਦੇ ਬੋਲੇ ਹੋਏ ਸ਼ਬਦ ਜਿਹੜੇ ਨੇ ਉਹ ਤੁਹਾਡੇ ਨਾਲ ਹੁੰਦੇ ਨੇ। ਸ਼ਬਦ ਹੀ ਗੁਰੂ ਹੈ ਗੁਰਮੁਖੋ, ਦੂਜੀ ਕੋਈ ਚੀਜ਼ ਕਦੇ ਵੀ ਗੁਰੂ ਨਹੀਂ ਹੋਈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਪੱਕੇ ਤੌਰ ਤੇ ਸ਼ਬਦ ਨਾਲ ਹੀ ਜੋੜ ਦਿੱਤਾ ਕਿ ਸ਼ਬਦ ਤੋਂ ਪਰੇ ਉਰੇ ਨਹੀਂ ਜਾਣਾ। ਉਂਝ ਮੈਂ ਇੱਕ ਗੱਲ ਜ਼ਰੂਰ ਆਖਣਾ ਚਾਹਾਂਗਾ ਕਿ ਸਰੀਰ ਨੂੰ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਜਦੋਂ ਸਾਨੂੰ ਇਸ ਸ਼ਬਦ ਦੀ ਸਮਝ ਨਹੀਂ ਆਉਂਦੀ, ਉਦੋਂ ਅਸੀਂ ਕੀ ਕਰਦੇ ਹਾਂ? ਉਦੋਂ ਅਸੀਂ ਕਿਸੇ ਸਰੀਰ ਦਾ ਹੀ ਤੇ ਸਹਾਰਾ ਲੈਂਦੇ ਹਾਂ। ਉਸ ਸਰੀਰ ਦਾ ਸਹਾਰਾ ਲੈਂਦੇ ਹਾਂ ਜਿਸ ਸਰੀਰ ਨੇ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹਿਆ ਹੋਵੇ, ਇਹਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੋਵੇ, ਤੇ ਅਸੀਂ ਸੋਚਦੇ ਹਾਂ ਉਹ ਸਰੀਰ ਜਿਹੜਾ ਉਹ ਸਾਨੂੰ ਇਹ ਸਮਝਾ ਦੇਵੇਗਾ ਕਿ ਇਸ ਸ਼ਬਦ ਵਿੱਚ ਗੁਰੂ ਜੀ ਨੇ ਕੀ ਆਖਿਆ। ਜੇ ਅਸੀਂ ਸਰੀਰ ਦਾ ਵੀ ਸਹਾਰਾ ਨਾ ਲਈਏ, ਫਿਰ ਅਸੀਂ ਇੱਕ ਸਹਾਰਾ ਹੋਰ ਲੈਂਦੇ ਹਾਂ। ਉਹ ਸਹਾਰਾ ਹੁੰਦਾ ਹੈ ਕਿਸੇ ਵਿਦਵਾਨ ਦੀ ਲਿਖਤ ਦਾ। ਹੁਣ ਇਹ ਦੋ ਚੀਜ਼ਾਂ ਹੋ ਗਈਆਂ। ਇੱਕ, ਅਸੀਂ ਕਿਸੇ ਸਰੀਰ ਕੋਲੋਂ ਉਹਨੂੰ ਬੋਲਦੇ ਹੋਏ ਨੂੰ, ਉਹਦੀ ਆਵਾਜ਼ ਨੂੰ ਕੰਨਾਂ ਨਾਲ ਸੁਣਿਆ, ਉਹ ਵੀ ਅਸੀਂ ਸ਼ਬਦ ਹੀ ਸੁਣਿਆ, ਸਰੀਰ ਨਹੀਂ ਸੁਣਿਆ, ਸ਼ਬਦ ਸੁਣਿਆ। ਤੇ ਜੇ ਅਸੀਂ ਕੁਝ ਪੜ੍ਹਿਆ ਕਿਸੇ ਕਿਤਾਬ ਵਿੱਚੋਂ, ਕਿਸੇ ਧਰਮ ਗ੍ਰੰਥ ਵਿੱਚੋਂ, ਤੇ ਉਹ ਵੀ ਅਸੀਂ ਸ਼ਬਦ ਹੀ ਪੜ੍ਹਿਆ, ਗ੍ਰੰਥ ਨਹੀਂ ਪੜ੍ਹਿਆ, ਕਿਤਾਬ ਨਹੀਂ ਪੜ੍ਹੀ। ਅਸੀਂ ਉਹਦੇ ਵਿੱਚੋਂ ਕੁਝ ਸ਼ਬਦ ਪੜ੍ਹਿਆ, ਕੁਝ ਗਿਆਨ ਪੜ੍ਹਿਆ। ਸੋ ਹਮੇਸ਼ਾ ਹੀ ਗੁਰਮੁਖੋ ਗੁਰੂ ਸ਼ਬਦ ਹੀ ਹੁੰਦਾ। ਸਰੀਰ ਕਦੇ ਵੀ ਗੁਰੂ ਨਹੀਂ ਹੋਇਆ, ਲੇਕਿਨ ਉਸ ਸਰੀਰ ਦਾ ਬਹੁਤ ਵੱਡਾ ਸਤਿਕਾਰ ਆਪਾਂ ਕਰਨਾ ਹੈ ਜਿਸ ਸਰੀਰ ਦੇ ਰਾਹੀਂ ਸਾਡੇ ਤੱਕ ਗੁਰੂ ਦਾ ਸ਼ਬਦ ਜਾਂ ਗੁਰੂ ਦੀ ਗੱਲ ਪਹੁੰਚੇ। ਸਾਡੇ ਤੱਕ ਰੱਬ ਜੀ ਤੱਕ ਕਿਵੇਂ ਪਹੁੰਚਣਾ, ਉਹ ਵਿਦਿਆ ਪਹੁੰਚੇ। ਉਸ ਸਰੀਰ ਦਾ ਵੀ ਅਸੀਂ ਘੱਟ ਸਤਿਕਾਰ ਨਹੀਂ ਕਰਨਾ, ਬਹੁਤ ਬਹੁਤ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਕਿਸੇ ਮਹਾਂਪੁਰਸ਼ ਵੱਲੋਂ ਦੱਸੀ ਹੋਈ ਸਿੱਖਿਆ ਨੂੰ ਪਾ ਕੇ ਉਸ ਨੂੰ ਸੁਣ ਕੇ ਅਸੀਂ ਪਰਮਾਤਮਾ ਤੱਕ ਪਹੁੰਚ ਸਕੀਏ, ਉਸ ਪੰਥ ਤੇ ਚੱਲ ਸਕੀਏ ਜਿਸ ਪੰਥ ਤੇ ਚੱਲਣ ਲਈ ਸਾਨੂੰ ਸਾਡੇ ਮਹਾਂਪੁਰਸ਼ਾਂ ਨੇ, ਗੁਰੂ ਸਾਹਿਬਾਨ ਨੇ ਤਾਕੀਦ ਕੀਤੀ ਹੈ। ਸੋ ਇਹ ਤੇ ਗੱਲ ਸੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ। ਦੂਸਰਾ ਦਿਨ ਸੀ ਸੈਪਟੈਂਬਰ 8 ਨੂੰ, ਉਹ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਿਆਈ ਗੱਦੀ ਦਿਵਸ। ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਭ ਤੋਂ ਛੋਟੇ ਬੇਟੇ ਜਾਂ ਸਾਹਿਬਜ਼ਾਦੇ ਸਨ, ਤੀਸਰੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਕਿਸੇ ਕਾਰਨ ਲਾਹੌਰ ਭੇਜਿਆ ਹੋਇਆ ਸੀ ਤੇ ਇੱਕ ਆਦੇਸ਼ ਦਿੱਤਾ ਸੀ ਕਿ ਜਿੰਨਾ ਚਿਰ ਅਸੀਂ ਤੁਹਾਨੂੰ ਵਾਪਸ ਨਾ ਬੁਲਾਈਏ, ਉਨਾ ਚਿਰ ਤੁਸੀਂ ਲਾਹੌਰ ਹੀ ਰਹਿਣਾ, ਉੱਥੋਂ ਵਾਪਸ ਆਪਣੀ ਮਰਜ਼ੀ ਨਾਲ ਨਹੀਂ ਆਉਣਾ। ਸ਼ਾਇਦ ਗੁਰੂ ਰਾਮਦਾਸ ਮਹਾਰਾਜ ਵੇਖਣਾ ਚਾਹੁੰਦੇ ਸਨ ਕਿ ਜਿਹੜੇ ਉਹਨਾਂ ਦੇ ਵੱਡੇ ਦੋ ਬੇਟੇ ਨੇ, ਉਹ ਅਰਜਨ ਦੇਵ ਜੀ ਦੀ ਗੈਰ ਹਾਜ਼ਰੀ ਵਿੱਚ ਕਿਹੋ ਜਿਹਾ ਵਿਵਹਾਰ ਕਰਦੇ ਨੇ। ਕਿਉਂਕਿ ਉਦੋਂ ਇਲੈਕਸ਼ਨ ਤੇ ਨਹੀਂ ਸੀ ਨਾ ਹੁੰਦੀ ਜੀ ਕਿ ਇਲੈਕਸ਼ਨ ਨਾਲ ਗੁਰੂ ਥਾਪ ਦਿੱਤਾ ਜਾਏਗਾ, ਉਦੋਂ ਤੇ ਯੋਗਤਾ ਵੇਖੀ ਜਾਂਦੀ ਸੀ। ਤੇ ਅੱਜ ਵੀ ਜਿਹੜਾ ਗੁਰੂ ਘਰਾਂ ਵਿੱਚ ਇਲੈਕਸ਼ਨ ਸਿਸਟਮ ਹੈ ਨਾ ਜੀ, ਇਹ ਅਤੀ ਨਿੰਦਨਯੋਗ ਹੈ, ਅਤੀ ਮਾੜਾ ਹੈ, ਅਤੀ ਘਟੀਆ ਤਰੀਕਾ ਹੈ। ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਵਿੱਚ। ਮੈਂ ਗੁਰੂ ਘਰ ਦੀ ਗੱਲ ਕਰਦਾ ਜੀ, ਬਾਹਰ ਦੀ ਨਹੀਂ। ਔਰ ਬਾਹਰ ਵੀ ਇਸ ਇਲੈਕਸ਼ਨ ਦੇ ਨਾਲ ਉਹ ਲੋਕ ਚੁਣੇ ਜਾਂਦੇ ਨੇ ਜਿਹੜੇ ਚੋਰ ਹੁੰਦੇ ਨੇ, ਠੱਗ ਹੁੰਦੇ ਨੇ, ਧਾੜਵੀ ਹੁੰਦੇ ਨੇ, ਡਕੈਤ ਹੁੰਦੇ ਨੇ, ਕਾਤਲ ਹੁੰਦੇ ਨੇ। ਉਹ ਲੋਕ ਚੁਣੇ ਜਾਂਦੇ ਨੇ ਤੇ ਉਹ ਗੱਦੀਆਂ ਤੇ ਬਿਰਾਜਮਾਨ ਹੁੰਦੇ ਨੇ। ਇਹ ਸੱਚਾਈ ਹੈ ਜੀ, ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਨੂੰ। ਔਰ ਉਹੋ ਹੀ ਵਰਤਾਰਾ ਧਾਰਮਿਕ ਅਸਥਾਨਾਂ ਤੇ ਹੋ ਰਿਹਾ ਇਲੈਕਸ਼ਨ ਦੁਆਰਾ। ਮੈਂ ਕਹਿਣਾ ਚਾਹਾਂਗਾ, ਜੇ ਉਸ ਦਿਨ ਇਲੈਕਸ਼ਨ ਹੁੰਦੀ ਤੇ ਗੁਰੂ ਅਰਜਨ ਦੇਵ ਜੀ ਦੀ ਵਾਰੀ ਕਦੇ ਨਾ ਆਉਂਦੀ, ਭਾਈ ਪ੍ਰਿਥੀ ਚੰਦ ਪ੍ਰਧਾਨ ਬਣਦਾ, ਉਹ ਗੁਰੂ ਬਣਦਾ। ਉਹਨੇ ਗੁਰੂ ਘਰ ਦੀ ਨਾਕਾਬੰਦੀ ਕੀਤੀ ਸੀ ਪੂਰਨ ਤੌਰ ਤੇ। ਇੱਥੋਂ ਤੱਕ ਲੰਗਰ ਬੰਦ ਹੋ ਗਏ ਸਨ ਗੁਰੂ ਘਰ ਦੇ ਅੰਦਰ। ਸਾਰੇ ਮਸੰਦਾਂ ਨੂੰ, ਯਾਨੀ ਜਿਹੜੇ ਉਸ ਵਕਤ ਦੇ ਪ੍ਰਚਾਰਕ ਸੀ, ਪ੍ਰਿਥੀ ਚੰਦ ਨੇ ਆਪਣੇ ਵੱਲ ਕਰ ਲਿਆ ਹੋਇਆ ਸੀ। ਇਹ ਸਾਰੀ ਕਹਾਣੀ ਦਾ, ਸਾਰੇ ਇਤਿਹਾਸ ਦਾ ਤੁਹਾਨੂੰ ਪਤਾ ਹੀ ਹੈ।
ਜੇ ਉਸ ਵਕਤ ਇਲੈਕਸ਼ਨ ਕਰਵਾਉਂਦੇ ਗੁਰੂ ਰਾਮਦਾਸ ਮਹਾਰਾਜ ਵੀ ਅਗਲੇ ਵਾਰੀ ਕਿਹਨੂੰ ਗੁਰੂ ਬਣਾਉਣਾ ਹੈ, ਤੇ ਬਸ ਫਿਰ ਪ੍ਰਿਥੀ ਚੰਦ ਹੀ ਹੋਣਾ ਸੀ, ਗੁਰੂ ਅਰਜਨ ਦੇਵ ਮਹਾਰਾਜ ਦੀ ਵਾਰੀ ਕੋਈ ਨਹੀਂ ਸੀ ਆਉਣੀ। ਲੇਕਿਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਯੋਗਤਾ ਵੇਖੀ, ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜ ਦਿੱਤਾ ਤਾਂ ਕਿ ਮੈਂ ਦੂਜੇ ਦੋ ਬੱਚਿਆਂ ਨੂੰ ਪਰਖ ਸਕਾਂ। ਉਹ ਪਰਖ ਵਿੱਚੋਂ ਦੋਵੇਂ ਹੀ ਫੇਲ ਹੋਏ। ਵੱਡਾ ਜਿਹੜਾ ਮਹਾਦੇਵ ਸੀ ਉਹ ਤੇ ਸਾਫ਼-ਸਾਫ਼ ਕਹਿੰਦਾ ਸੀ ਜੀ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ, ਤੁਹਾਡੇ ਇਸ ਗੁਰੂਸ਼ਿਪ ਸਿਸਟਮ ਦੇ ਨਾਲ, ਤੁਹਾਡੀ ਇਸ ਸੰਗਤ ਨਾਲ, ਤੁਹਾਡੀ ਪੰਗਤ ਨਾਲ ਮੈਂ ਕੀ ਲੈਣਾ ਦੇਣਾ। ਉਹਨੇ ਵਿਆਹ ਵੀ ਨਹੀਂ ਸੀ ਕਰਾਇਆ। ਉਹ ਕਹਿੰਦਾ ਸੀ ਮੈਂ ਤੇ ਇੱਕ ਸਾਧੂ ਫੱਕਰ ਆਦਮੀ ਆ, ਤੁਸੀਂ ਮੈਨੂੰ ਰੋਟੀ ਦੇਣੀ ਦਿਓ, ਨਹੀਂ ਤੇ ਹੋਰ ਕਿਤੇ ਖਾ ਲਾਂਗਾ, ਮੈਂ ਭਜਨ ਕਰਨਾ। ਉਹਨੇ ਕੀਤਾ, ਉਹਨੇ ਕਦੀ ਕਿਤੇ ਕੋਈ ਵੀ ਆਪਣਾ ਪੈਰ ਨਹੀਂ ਅੜਾਇਆ। ਜੋ ਗੁਰੂ ਮਹਾਰਾਜ ਨੂੰ ਪਾਇਆ ਉਹਨਾਂ ਨੇ ਉਹ ਕੀਤਾ, ਤੇ ਮਹਾਦੇਵ ਜੀ ਨੇ ਆਪਣੀ ਪ੍ਰਭੂ ਦੀ ਬੰਦਗੀ ਵਿੱਚ ਸਾਰੀ ਜ਼ਿੰਦਗੀ ਬਿਤਾਈ। ਜਿਹੜਾ ਸੀ ਪ੍ਰਿਥੀ ਚੰਦ, ਉਹ ਮਹਾਨ ਸਵਾਰਥੀ ਕਿਸਮ ਦਾ ਆਦਮੀ ਸੀ। ਉਹਦੇ ਵਿੱਚ ਸਵਾਰਥ ਮਾਨੋ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹ ਹਰ ਗੱਲ ਨੂੰ ਆਪਣੀ ਨਿੱਜੀ ਸੰਪત્ਤੀ ਦੀ ਤਰ੍ਹਾਂ ਵੇਖਦਾ ਸੀ, ਹਰ ਚੀਜ਼ ਨੂੰ। ਗੁਰੂ ਮਹਾਰਾਜ ਨੇ ਵੇਖਿਆ ਕਿ ਦੋਵੇਂ ਜਿਹੜੇ ਨੇ ਉਹ ਯੋਗਤਾ ਨਹੀਂ ਰੱਖਦੇ, ਜਿਹੜੀ ਗੁਰੂ ਹੋਣ ਦੀ ਯੋਗਤਾ ਚਾਹੀਦੀ ਹੁੰਦੀ ਏ। ਫਿਰ ਉਹਨਾਂ ਨੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਨਾਲ ਹੋਰ 2-3 ਸਿੱਖਾਂ ਨੂੰ ਭੇਜਿਆ ਕਿ ਜਾਓ ਤੁਸੀਂ ਅਰਜਨ ਦੇਵ ਜੀ ਨੂੰ ਬੁਲਾ ਕੇ ਲਿਆਓ ਲਾਹੌਰ ਤੋਂ। ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਮੁਖੀ ਸਿੱਖਾਂ ਨੂੰ ਆਖਿਆ ਕਿ ਇਹਨਾਂ ਦੀ ਤਿਆਰੀ ਕਰਵਾਓ, ਅਸੀਂ ਗੁਰਿਆਈ ਦੀ ਜ਼ਿੰਮੇਵਾਰੀ ਅਰਜਨ ਦੇਵ ਜੀ ਨੂੰ ਦੇਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ। ਅੰਮ੍ਰਿਤਸਰ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹਨਾਂ ਨੇ 28 ਅਗਸਤ 1581 ਨੂੰ ਗੁਰਿਆਈ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਸੀ। ਤੇ ਤੀਸਰਾ ਜਿਹੜਾ ਦਿਨ ਹੈ ਨਾ ਜੀ, ਉਹ ਜੋਤੀ ਜੋਤ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ, ਇਹ ਸੀ 9 ਤਰੀਕ ਨੂੰ। ਉਂਝ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਵਿਖੇ ਦਿੱਤੀ 5ਵੇਂ ਗੁਰੂ ਜੀ ਨੂੰ। ਉਦਣ 28 ਅਗਸਤ ਤੇ 2 ਦਿਨ ਉੱਥੇ ਹੀ ਠਹਿਰੇ ਗੁਰੂ ਜੀ, ਤੇ ਤੀਸਰੇ ਦਿਨ ਯਾਨੀ 31 ਅਗਸਤ ਨੂੰ ਉਹ ਗੋਇੰਦਵਾਲ ਆ ਗਏ ਸਨ, ਕਿਉਂਕਿ ਉਹਨਾਂ ਦਾ ਜਿਹੜਾ ਮੁੱਖ ਘਰ ਸੀ, ਨਿਵਾਸ ਸਥਾਨ ਸੀ, ਉਸ ਵਕਤ ਉਹ ਗੋਇੰਦਵਾਲ ਹੁੰਦਾ ਸੀ। ਅੰਮ੍ਰਿਤਸਰ ਤੇ ਉਦੋਂ ਜੇ ਵਸਾਇਆ ਹੀ ਸੀ, ਸ਼ੁਰੂ ਹੀ ਕੀਤਾ ਸੀ। ਗੁਰੂ ਜੀ ਉੱਥੇ ਆ ਗਏ ਤੇ 1 ਸੈਪਟੈਂਬਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ। ਸੋ ਇਹ 3 ਦਿਨ ਨੇ। ਸ਼ੁੱਕਰਵਾਰ ਵੀ ਆਪਾਂ ਇਹਨਾਂ ਦਿਨਾਂ ਦੇ ਸੰਬੰਧ ਵਿੱਚ ਹੀ ਗੁਰੂ ਮਹਾਰਾਜ ਦੇ ਇਹਨਾਂ ਦਿਨਾਂ ਨੂੰ, ਇਸ ਦੀਵਾਨ ਨੂੰ ਸਮਰਪਿਤ ਕੀਤਾ ਸੀ, ਤੇ ਅੱਜ ਵੀ ਆਪਾਂ ਇਹਨਾਂ ਦਿਨਾਂ ਤੇ ਹੀ ਅਰਦਾਸ ਵੀ ਕਰਾਂਗੇ ਤੇ ਇਹਨਾਂ ਦੀ ਗੱਲਬਾਤ ਵੀ ਆਪਾਂ ਕਰਦੇ ਹਾਂ। ਸੋ ਅੱਜ ਜਿਹੜੀ ਵਿਚਾਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ। ਉਹਦੇ ਵਿੱਚ 2 ਵਿਚਾਰਾਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ। ਇੱਕ ਤੇ ਕੁਝ ਵਿਚਾਰਾਂ ਨੇ, ਕੁਝ ਸਾਡੇ ਵਿਦਵਾਨ ਸੱਜਣ ਨੇ ਦੁਨੀਆ ਦੇ। ਅਸਲ 'ਚ ਵਿਦਵਾਨ ਜਿਹੜੇ ਨੇ ਉਹ ਕਿਸੇ ਇੱਕ ਜਾਤੀ ਦੇ ਨਹੀਂ ਹੁੰਦੇ ਜੀ। ਇਹ ਵੀ ਸਾਡੀ ਇੱਕ ਸੋਚ ਬਣ ਗਈ, ਫਲਾਣਾ ਸਿੱਖ, ਉਹ ਹਿੰਦੂ, ਉਹ ਮੁਸਲਿਮ, ਉਹ ਈਸਾਈ। ਇਹ ਸਾਡੀ ਸੋਚ ਹੈ, ਅਸੀਂ ਉਸ ਲੈਵਲ ਤੇ ਪਹੁੰਚੇ ਨਹੀਂ ਹਾਂ। ਜਿਸ ਵੀ ਕਿਸੇ ਵਿਅਕਤੀ ਨੂੰ ਵਿਦਵਾਨ ਆਖਿਆ ਜਾਂਦਾ ਹੈ ਨਾ ਜੀ, ਵਿਦਵਾਨ, ਉਹਦਾ ਮਤਲਬ ਹੁੰਦਾ ਵਿਦਿਆਵਾਨ, ਗਿਆਨਵਾਨ ਪੁਰਸ਼। ਉਹ ਕਿਸੇ ਇੱਕ ਜਾਤੀ ਦਾ ਨਹੀਂ ਹੁੰਦਾ, ਕਿਸੇ ਇੱਕ ਕਬੀਲੇ ਦਾ, ਕਿਸੇ ਇੱਕ ਸਮਾਜ ਦਾ ਨਹੀਂ ਹੁੰਦਾ, ਉਹ ਦੁਨੀਆ ਦਾ ਹੁੰਦਾ ਹੈ। ਤੇ ਕੁਝ ਵਿਦਵਾਨਾਂ ਦੇ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਵੀ ਉਹ ਗੁਰਬਾਣੀ ਦੇ ਸੰਬੰਧ ਵਿੱਚ ਉਹ ਕੀ ਆਪਣੇ ਵਿਚਾਰ ਰੱਖਦੇ ਨੇ। ਤੇ ਫਿਰ ਨਾ 3 ਰੂਪ ਨੇ ਗੁਰੂ ਦੇ, ਉਹ ਮੈਂ ਤੁਹਾਡੇ ਨਾਲ ਸੰਖੇਪ ਵਿੱਚ ਗੱਲ ਕਰਾਂਗਾ ਆਪਣੇ ਸਮੇਂ ਦੇ ਦੌਰਾਨ। ਆਓ ਅਸੀਂ ਪਹਿਲਾਂ ਵਿਦਵਾਨਾਂ ਦੀ ਜੇ ਗੱਲ ਕਰੀਏ, ਬਾਬਾ ਫਰੀਦ ਜੀ ਨੂੰ ਆਪਾਂ ਸਾਰੇ ਜਾਣਦੇ ਹਾਂ, ਜੋ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਬਾਬਾ ਫਰੀਦ ਜੀ ਦੀ ਪੀੜ੍ਹੀ ਵਿੱਚੋਂ ਇੱਕ ਸਤਿਕਾਰਯੋਗ ਖਵਾਜਾ ਹਸਨ ਨਿਜ਼ਾਮੀ
ਸਾਨੀ ਉਹਨਾਂ ਦਾ ਲਾਸਟ ਨੇਮ ਹੈ ਜੀ, ਉਹ ਹੋਏ ਨੇ। ਤੇ ਯੂਨੈਸਕੋ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਇਹ ਪੁਰਾਣੀ ਗੱਲ ਹੈ। ਤੇ ਉਸ ਮੀਟਿੰਗ ਵਿੱਚ ਇੱਕ ਵਿਸ਼ਾ ਲਿਆ ਗਿਆ ਸੀ ਕਿ ਇਹ ਜਿਹੜੀ ਸੰਸਾਰ ਦੇ ਅੰਦਰ ਅਮਨ ਸ਼ਾਂਤੀ ਨੂੰ ਕਿਵੇਂ ਬਹਾਲ ਕੀਤਾ ਜਾ ਸਕਦਾ ਹੈ। ਵੇਖੋ, ਇਹ ਬੇਅਮਨੀ ਕੋਈ ਅੱਜ ਨਹੀਂ ਫੈਲਾਈ ਆਪਾਂ, ਜਦੋਂ ਤੋਂ ਮਨੁੱਖ ਨੇ ਸੁਰਤ ਸੰਭਾਲੀ ਇਹਨੇ ਉਦੋਂ ਤੋਂ ਹੀ ਇਸ ਧਰਤੀ ਤੇ ਬੇਅਮਨੀ ਫੈਲਾਈ ਹੋਈ ਹੈ। ਇਹ ਨਾ ਅਮਨ ਸ਼ਾਂਤੀ ਨਾਲ ਆਪ ਰਹਿੰਦਾ ਹੈ, ਮਨ ਦਾ ਸੁਭਾਅ ਹੈ ਨਾ ਜੀ, ਤੇ ਨਾ ਇਹ ਦੂਜਿਆਂ ਨੂੰ ਰਹਿਣ ਦੇ ਵਿੱਚ ਰਾਜੀ ਹੁੰਦਾ ਹੈ। ਇਹ ਚਾਹੁੰਦਾ ਜਿਹੋ ਜਿਹਾ ਮੈਂ ਆ ਸਾਰੇ ਲੋਕ ਉਹੋ ਜਿਹੇ ਹੋਣ। ਇਸ ਤਰ੍ਹਾਂ ਹੁੰਦਾ ਨਹੀਂ ਵੈਸੇ ਕਦੇ ਵੀ। ਅਸੀਂ ਇੱਕ ਪਰਿਵਾਰ ਦੇ 5-7 ਜੀ ਹੁੰਨੇ ਆ ਤੇ ਸਾਡੇ ਸਾਰਿਆਂ ਦੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ, ਸਾਡੇ ਸਾਰਿਆਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ, ਜਦੋਂ ਕਿ ਅਸੀਂ ਇੱਕੋ ਹੀ ਮਾਤਾ ਪਿਤਾ ਤੋਂ ਜਨਮ ਲਿਆ ਹੁੰਦਾ ਹੈ। ਲੇਕਿਨ ਵਿਚਾਰ, ਸੁਭਾਅ, ਰਹਿਣ ਸਹਿਣ, ਹਰ ਚੀਜ਼, ਢੰਗ ਤਰੀਕਾ, ਬੋਲਣ ਚੱਲਣ, ਖਾਣ ਪੀਣ, ਪਹਿਰਾਨ ਵੱਖਰੀ ਵੱਖਰੀ ਕਿਸਮ ਦਾ ਹੁੰਦਾ ਹੈ। ਉੱਥੇ ਵਿਸ਼ਾ ਲਿਆ ਕਿ ਸੰਸਾਰ ਵਿੱਚ ਅਮਨ ਨੂੰ ਕਿਵੇਂ ਬਹਾਲ ਕੀਤਾ ਜਾ ਸਕਦਾ ਹੈ। ਤੇ ਸਤਿਕਾਰਯੋਗ ਖਵਾਜਾ ਹਸਨ ਨਿਜ਼ਾਮੀ ਜੀ ਨੇ ਆਖਿਆ ਸੀ, ਵਿਸ਼ਵ ਅਮਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਇੱਕ ਮਾਡਲ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ। ਇਹ ਉਹਨਾਂ ਦੇ ਬਚਨ ਨੇ ਜੀ। ਮੈਂ ਤਾਂ ਹੀ ਆਖਿਆ ਕਿ ਵਿਦਵਾਨ ਇੱਕ ਜਾਤੀ ਦੇ ਨਹੀਂ ਹੁੰਦੇ, ਵਿਦਵਾਨ ਅਸਲ ਵਿੱਚ ਵਿਦਵਾਨ ਹੀ ਹੁੰਦੇ ਨੇ। ਉਹ ਕਿਸੇ ਘਰ ਵਿੱਚ ਪੈਦਾ ਹੋਏ ਹੋਣ, ਇਹਦੇ ਨਾਲ ਫਰਕ ਨਹੀਂ ਪੈਂਦਾ। ਸੋ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਸੰਸਾਰ ਭਰ ਦੇ ਅੰਦਰ ਅਮਨ ਤੇ ਸ਼ਾਂਤੀ ਹੋਵੇ, ਤੇ ਸਾਨੂੰ ਚਾਹੀਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਈਏ, ਇਹਨਾਂ ਨੂੰ ਇੱਕ ਮਾਡਲ ਵਜੋਂ ਅਪਣਾਈਏ। ਇਹ ਉਹਨਾਂ ਦੇ ਬਚਨ ਨੇ। ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਅਮਨ ਸ਼ਾਂਤੀ ਪੂਰੇ ਵਿਸ਼ਵ ਵਿੱਚ ਲਿਆ ਸਕਦੇ ਨੇ? ਅਸਲ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਵਿਸ਼ਵ ਦੀ ਹੀ ਬਦਕਿਸਮਤੀ ਆਖ ਲਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਨਾ ਆਪ ਸਿੱਖ ਸਕੇ ਤੇ ਨਾ ਲੋਕਾਂ ਤੱਕ ਇਸ ਨੂੰ ਪਹੁੰਚਣ ਦਿੱਤਾ। ਅਸੀਂ ਜਿਵੇਂ ਨਾ ਇਹਦੇ ਤੇ ਕਬਜ਼ਾ ਜਿਹਾ ਕੀਤਾ ਹੋਇਆ ਹੈ। ਸਾਨੂੰ ਇਹ ਕਬਜ਼ਾ ਲਾਹ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ, ਇਹਨੂੰ ਜਾਣ ਦੇਣਾ ਚਾਹੀਦਾ ਲੋਕਾਂ ਤੱਕ, ਇਸ ਵਿਚਾਰਧਾਰਾ ਨੂੰ। ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਵਿਦਵਾਨ ਹੁੰਦੇ ਨਾ ਜੀ, ਜਿਵੇਂ ਸ਼ੇਕਸਪੀਅਰ ਵਰਗੇ, ਉਹਨਾਂ ਨੂੰ ਅੱਜ ਪੂਰੀ ਦੁਨੀਆ ਵਿੱਚ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਲਿਖੇ ਹੋਏ ਨਾਟਕ ਨੇ, ਖੇਲ ਨੇ, ਪਲੇਜ਼ ਨੇ, ਤਮਾਸ਼ੇ ਨੇ, ਹੋਰ ਇਸ ਤੋਂ ਵੱਧ ਕੁਝ ਨਹੀਂ, ਤੇ ਸਾਰੀ ਦੁਨੀਆ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਗੁਰੂ ਨਾਨਕ ਦਾ ਪਲੇ ਜਿਹੜਾ ਹੈ, ਇਹ ਸਾਨੂੰ ਜੀਵਨ ਜਾਚ ਸਿਖਾਉਂਦਾ ਹੈ। ਇਹ ਕਿਤੇ ਵੀ ਨਹੀਂ ਪੜ੍ਹਾਇਆ ਜਾਂਦਾ, ਪੰਜਾਬ ਵਿੱਚ ਵੀ ਨਹੀਂ ਪੜ੍ਹਾਇਆ ਜਾਂਦਾ। ਮੈਨੂੰ ਆਖਣ ਤੋਂ ਕੋਈ ਸੰਕੋਚ ਨਹੀਂ। ਜੇ ਪੰਜਾਬ ਵਿੱਚ ਪੜ੍ਹਾਇਆ ਜਾਂਦਾ ਤੇ ਕੀ ਪੜ੍ਹਾਉਂਦੇ ਨੇ? 10 ਗੁਰੂਆਂ ਦੇ ਨਾਂ। 10 ਗੁਰੂਆਂ ਦੇ ਨਾਵਾਂ ਤੋਂ ਤੁਸੀਂ ਕੀ ਲੈਣਾ ਹੈ? ਤੁਸੀਂ ਉਹਨਾਂ ਦੀ ਸਿੱਖਿਆ ਕੀ ਹੈ ਉਹਨੂੰ ਸਮਝੋ, ਉਹਨੂੰ ਲੋਕਾਂ ਤੱਕ ਪਹੁੰਚਾਓ। ਤੇ ਇੱਕ ਵਿਦਵਾਨ ਨੇ ਤੇ ਜੀ ਐਸਾ ਵੀ ਲਿਖਿਆ ਹੈ, ਉਹ ਕਹਿੰਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੰਜਾਬ ਦੀ ਵਲਗਨ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ, ਔਰ ਮੈਨੂੰ ਇਹ ਗੱਲ ਸੱਚਾਈ ਜਾਪਦੀ ਹੈ। ਗੁਰੂ ਨਾਨਕ ਸਾਹਿਬ ਜੇ ਅੱਜ ਪੂਰੀ ਦੁਨੀਆ ਵਿੱਚ ਪੜ੍ਹਾਏ ਜਾਂਦੇ, ਹਰ ਸਕੂਲ ਕਾਲਜ ਵਿੱਚ ਪੜ੍ਹਾਏ ਜਾਂਦੇ, ਤੇ ਖਵਾਜਾ ਸਾਹਿਬ ਦੀ ਗੱਲ ਸੱਚ ਹੁੰਦੀ ਕਿ ਦੁਨੀਆ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਕੀਤਾ ਜਾ ਸਕਦਾ ਸੀ। ਪਹਿਲਾ ਬਚਨ। ਦੂਸਰਾ ਬਚਨ ਨੇ ਸ਼੍ਰੀਮਤੀ ਪਰਲ ਬਕ, ਜੋ ਇੰਗਲਿਸ਼ ਵਿਦਵਾਨ ਹੋਏ ਨੇ, ਅੰਗਰੇਜ਼ੀ ਵਿਦਵਾਨ ਹੋਏ ਨੇ, ਉਹਨਾਂ ਦੀ। ਉਹਨਾਂ ਨੇ ਆਖਿਆ ਕਿ ਸਿੱਖ ਧਰਮ ਸਾਰੇ ਧਰਮਾਂ ਦੀ ਸਿਰਮੌਰ ਮਹਿਮਾ ਹੈ, ਕਿਉਂਕਿ ਜੀ ਇਹ ਜਿਹੜੀ ਵਿਚਾਰਧਾਰਾ ਨਾ ਲੇਟੈਸਟ ਹੈਗੀ ਹੈ, ਸਭ ਤੋਂ ਆਖਰੀ ਹੈ ਹੁਣ ਤੱਕ ਦੀ। ਇਸ ਤੋਂ ਬਾਅਦ ਵਿੱਚ ਕੋਈ ਹੋਰ ਵੀ ਆ ਸਕਦੀ। ਆਪਾਂ ਇਹ ਨਹੀਂ ਕਹਿੰਦੇ ਕਿ ਇਸ ਤੋਂ ਬਾਅਦ ਕੋਈ ਪ੍ਰੋਫਿਟ ਹੋਣਾ ਹੀ ਨਹੀਂ, ਉਹ ਤੇ ਹੈ ਹੀ ਗੱਲ ਗਲਤ। ਕਦੇ ਵੀ ਮਹਾਂਪੁਰਸ਼ ਸੰਸਾਰ ਵਿੱਚ ਜਨਮ ਲੈਂਦੇ ਨੇ, ਲੈਂਦੇ ਰਹਿਣਗੇ, ਕਿਉਂਕਿ ਰੱਬ ਨੇ ਖੇਡ ਤਮਾਸ਼ਾ ਹੀ ਇਹੋ ਜਿਹਾ ਬਣਾਇਆ ਹੈ। ਅਸੀਂ ਕਦੇ ਨਹੀਂ ਆਖਾਂਗੇ ਸਿੱਖ ਮੱਤ ਵਾਲੇ, ਜਿਨ੍ਹਾਂ ਨੇ ਸਿੱਖ ਮੱਤ ਪੜ੍ਹੀ ਹੋਵੇਗੀ, ਕਿ ਗੁਰੂ ਨਾਨਕ ਤੋਂ ਬਾਅਦ ਇਹੋ ਜਿਹਾ ਕੋਈ ਬੰਦਾ ਨਹੀਂ ਪੈਦਾ ਹੋਏਗਾ। ਇਹ ਆਖਣਾ ਹੀ ਗਲਤ ਹੋਏਗਾ।
ਕਦੀ ਵੀ ਰੱਬ ਸਾਡੇ ਤੇ ਮਿਹਰ ਕਰ ਸਕਦਾ ਹੈ ਤੇ ਸਾਨੂੰ ਉਹ ਕਿਸੇ ਹੋਰ ਮਹਾਂਪੁਰਸ਼ ਦੀ ਅਗਵਾਈ ਦੇ ਸਕਦਾ ਹੈ, ਜਿਹਦੀ ਅਗਵਾਈ ਨੂੰ ਪਾ ਕੇ ਅਸੀਂ ਫਿਰ ਚੰਗੇ ਇਨਸਾਨ ਬਣ ਸਕਦੇ ਹਾਂ। ਸਿੱਖ ਧਰਮ ਸਾਰੇ ਧਰਮਾਂ ਦੀ ਸਿਰਮੌਰ ਮਹਿਮਾ ਹੈ। ਇਸ ਕਲਯੁੱਗ ਵਿੱਚ ਕੇਵਲ ਗੁਰੂ ਨਾਨਕ ਦੇਵ ਜੀ ਦਾ ਪਿਆਰ ਦਾ ਸੰਦੇਸ਼ ਹੀ ਮਨੁੱਖ ਜਾਤੀ ਅਤੇ ਸੰਸਾਰ ਨੂੰ ਬਚਾ ਸਕਦਾ ਹੈ। ਇਹ ਮੇਰੇ ਵਿਚਾਰ ਨਹੀਂ ਹਨ ਜੀ, ਇਹ ਸ਼੍ਰੀਮਤੀ ਪਰਲ ਬਕ ਦੇ ਵਿਚਾਰ ਨੇ। ਉਹ ਇਸ ਤਰ੍ਹਾਂ ਸਾਨੂੰ ਕਹਿ ਰਹੇ ਨੇ ਕਿ ਸੱਚਮੁੱਚ ਹੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਉਹ ਪਿਆਰ ਦਾ ਸੰਦੇਸ਼ ਹੈ। ਉਹਨਾਂ ਨੇ ਤੇ ਭਗਤੀ ਵੀ ਜੇ ਆਖਿਆ ਨਾ, ਤੁਸੀਂ ਰੱਬ ਦੀ ਭਗਤੀ ਕਰਨੀ ਹੈ ਤੇ ਉਹ ਵੀ ਤੁਸੀਂ ਪਿਆਰ ਨਾਲ ਹੀ ਕਰਨੀ ਹੈ। ਪਿਆਰ ਹੀ ਕਰਨਾ ਭਗਤੀ ਹੈ ਗੁਰੂ ਨਾਨਕ ਸਾਹਿਬ ਦੀ। ਗੁਰੂ ਨਾਨਕ ਸਾਹਿਬ ਜੀ ਦੀ ਜੇ ਵਿਚਾਰਧਾਰਾ ਨੂੰ ਆਪਾਂ ਵੇਖੀਏ ਤੇ ਦੁਨੀਆ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਨਾ ਜੀ, ਕਿਸੇ ਵਿੱਚ ਕਿਸੇ ਦੂਜੇ ਦੇ ਧਾਰਮਿਕ ਵਿਅਕਤੀ ਦੀ ਵਿਚਾਰਧਾਰਾ ਨੂੰ ਐਡ ਨਹੀਂ ਕੀਤਾ ਗਿਆ। ਤੁਸੀਂ ਬਾਈਬਲ ਪੜ੍ਹ ਵੇਖੋ, ਕੁਰਾਨ ਪੜ੍ਹ ਵੇਖੋ, ਗੀਤਾ ਪੜ੍ਹ ਵੇਖੋ, ਉਪਨਿਸ਼ਦ ਪੜ੍ਹ ਵੇਖੋ, ਜਿਹੜਾ ਮਰਜ਼ੀ ਧਾਰਮਿਕ ਗ੍ਰੰਥ ਪੜ੍ਹ ਕੇ ਵੇਖੋ, ਕੇਵਲ ਗ੍ਰੰਥਕਾਰ ਦੀ ਆਪਣੀ ਵਿਚਾਰਧਾਰਾ ਉਹਦੇ ਵਿੱਚ, ਕਿਸੇ ਦੂਜੇ ਦੀ ਉਹਨੇ ਇੰਟਰ ਨਹੀਂ ਹੋਣ ਦਿੱਤੀ। ਪਰ ਧੰਨ ਗੁਰੂ ਨਾਨਕ, ਜਿਨ੍ਹਾਂ ਨੇ ਦੁਨੀਆ ਦੇ ਹਰ ਮਨੁੱਖ ਦੀ ਵਿਚਾਰਧਾਰਾ ਨੂੰ ਕਬੂਲ ਕੀਤਾ, ਕੇਵਲ ਕਬੂਲ ਹੀ ਨਹੀਂ ਕੀਤਾ, ਆਪਣੇ ਬਰਾਬਰ ਉਸ ਨੂੰ ਜਗ੍ਹਾ ਦਿੱਤੀ। ਇਹ ਨਹੀਂ ਵੇਖਿਆ ਉਹ ਮੁਸਲਿਮ ਹੈ, ਉਹ ਹਿੰਦੂ ਹੈ, ਉਹ ਬ੍ਰਾਹਮਣ ਹੈ, ਉਹ ਵੈਸ਼ ਹੈ, ਉਹ ਸ਼ੂਦਰ ਹੈ। ਬਿਲਕੁਲ ਉਹਨਾਂ ਦੀ ਸੋਚ ਵਿੱਚ ਇਹ ਗੱਲ ਅੰਦਰ ਆਈ ਹੀ ਨਹੀਂ, ਕਿਉਂਕਿ ਉਹਨਾਂ ਦੀ ਨਿਗਾਹ ਵਿੱਚ ਏਕ ਪਿਤਾ ਏਕਸ ਕੇ ਹਮ ਬਾਰਕ ਹਾਂ। ਅਸੀਂ ਸਾਰੇ ਜਿੰਨੇ ਵਿਸ਼ਵ ਵਿੱਚ ਜੀਵ ਪੈਦਾ ਹੋਏ ਹਾਂ, ਕੇਵਲ ਮਨੁੱਖ ਜਾਤੀ ਨਹੀਂ ਜੀ, ਹਰ ਜੀਵ, ਹਰ ਪਸ਼ੂ ਪੰਛੀ, ਅਸੀਂ ਇੱਕ ਦੀ ਔਲਾਦ ਹਾਂ, ਬਹੁਤਿਆਂ ਦੀ ਨਹੀਂ। ਇਹਨਾਂ ਪਸ਼ੂਆਂ ਪੰਛੀਆਂ ਉੱਤੇ ਵੀ ਆਪਾਂ ਨੂੰ ਤਰਸ ਕਰਨਾ ਚਾਹੀਦਾ ਹੈ। ਇਹਨਾਂ ਫੁੱਲਾਂ ਤੇ ਇਹਨਾਂ ਪੇੜ ਪੌਦਿਆਂ ਤੇ ਵੀ ਆਪਾਂ ਨੂੰ ਤਰਸ ਕਰਨਾ ਚਾਹੀਦਾ ਹੈ। ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਇਹ ਸਾਡੇ ਆਪਣੇ ਨੇ, ਇਹ ਸਾਡੇ ਤੋਂ ਬਗਾਨੇ ਨਹੀਂ ਹਨ। ਕਿਸੇ ਜੀਵ ਨੂੰ ਕਦੀ ਤੰਗ ਨਹੀਂ ਕਰਨਾ ਬਿਨਾਂ ਵਜ੍ਹਾ ਤੋਂ। ਤੰਗ ਤੇ ਕਰਨਾ ਹੀ ਨਹੀਂ ਚਾਹੀਦਾ, ਚਾਹੇ ਵਜ੍ਹਾ ਵੀ ਹੋਵੇ। ਪ੍ਰੇਮ ਨਾਲ ਹੀ ਗੱਲ ਕਰਨੀ ਚਾਹੀਦੀ ਹੈ। ਸੋ ਇਸ ਬੀਬੀ ਦਾ ਵਿਚਾਰ ਹੈ ਕਿ ਸੰਸਾਰ ਨੂੰ ਜੇ ਕੋਈ ਅਮਨ ਸ਼ਾਂਤੀ ਦੇ ਸਕਦਾ ਤੇ ਉਹ ਗੁਰੂ ਨਾਨਕ ਸਾਹਿਬ ਦਾ ਪਿਆਰ ਦਾ ਸੰਦੇਸ਼ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਸਾਨੂੰ ਆਖਿਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜੇ ਕਦੀ ਸਾਡੇ ਮਨ ਵਿੱਚ ਜੀ ਭਾਵ ਪੈਦਾ ਵੀ ਹੋਵੇ ਨਾ ਇੱਕ ਦੂਜੇ ਦੇ ਪ੍ਰਤੀ, ਕਿ ਮੇਰੀ ਉਹਦੇ ਨਾਲ ਵਿਚਾਰ ਨਹੀਂ ਮਿਲਦੀ ਜਾਂ ਉਹਦੀ ਮੇਰੇ ਨਾਲ ਨਹੀਂ ਮਿਲਦੀ, ਤੇ ਸਾਨੂੰ ਕਦੀ ਝਗੜਾ ਨਹੀਂ ਕਰਨਾ। ਇਹ ਗੁਰੂ ਜੀ ਦੀ ਮੱਤ ਹੈ ਕਿ ਇੱਕ ਮੰਚ ਤੇ ਬੈਠੋ, ਮੰਚ ਤੇ ਬੈਠ ਕੇ ਗੱਲਬਾਤ ਕਰੋ। ਗੁਰੂ ਨਾਨਕ ਪੰਡਤਾਂ ਨਾਲ ਇੱਕ ਮੰਚ ਤੇ ਬੈਠੇ, ਮੌਲਵੀਆਂ ਨਾਲ ਇੱਕ ਮੰਚ ਤੇ ਬੈਠੇ, ਕਾਜ਼ੀਆਂ ਨਾਲ ਇੱਕ ਮੰਚ ਤੇ ਬੈਠੇ, ਜੋਗੀਆਂ ਸਿੱਧਾਂ ਨਾਲ ਇੱਕ ਮੰਚ ਤੇ ਬੈਠੇ। ਉਹ ਕਿਹਦੇ ਨਾਲ ਇੱਕ ਮੰਚ ਤੇ ਨਹੀਂ ਬੈਠੇ? ਹਰ ਬੰਦੇ ਨੂੰ ਉਹਨਾਂ ਨੇ ਆਪਣੇ ਕਲਾਵੇ ਵਿੱਚ ਆਪਣੇ ਗਲੇ ਨਾਲ ਲਗਾਇਆ ਵੀ ਆਪਾਂ ਬਹਿ ਕੇ ਗੱਲ ਕਰਦੇ ਹਾਂ, ਕਿੱਥੇ ਮੈਂ ਗਲਤ ਹਾਂ, ਕਿੱਥੇ ਤੂੰ ਗਲਤ ਹੈ। ਅਸੀਂ ਸੋਚ ਸਮਝ ਕੇ ਵਿਚਾਰ ਕਰਕੇ ਅਸੀਂ ਇੱਕ ਸਿੱਟੇ ਤੇ ਪਹੁੰਚਾਂਗੇ। ਤੁਸੀਂ ਸਾਰੇ ਸੁਕਰਾਤ ਨੂੰ ਤੇ ਜਾਣਦੇ ਹੋ, ਕੇਵਲ ਸਵਾਲ ਹੀ ਕਰਦਾ ਸੀ, ਦੂਜੀ ਗੱਲ ਹੀ ਨਹੀਂ ਸੀ ਕਰਦਾ। ਤੇ ਸਵਾਲ ਕਰਨ ਲਈ ਵੀ ਉਸ ਬੰਦੇ ਨੂੰ ਆਖਣਾ ਕਿ ਤੂੰ ਇਹਦਾ ਉੱਤਰ ਦੇ ਮੈਨੂੰ। ਅਗਲੇ ਤੋਂ ਉੱਤਰ ਲੈਂਦਾ ਅਗਲੇ ਨੇ ਇੱਕ ਉੱਤਰ ਦੇਣਾ, ਉਹਨੇ ਅਗਲਾ ਸਵਾਲ ਖੜਾ ਕਰਨਾ। ਕਰਦਿਆਂ ਉਸ ਤਹਿ ਤੇ ਪਹੁੰਚ ਜਾਂਦਾ ਸੀ ਜਿੱਥੇ ਜਾ ਕੇ ਦੋਨੋਂ ਜਣੇ ਸਹਿਮਤ ਹੋ ਜਾਂਦੇ ਸਨ ਕਿ ਆਹ ਗੱਲ ਠੀਕ ਲੱਗਦੀ ਏ। ਸੋ ਇਹ ਗੁਰੂ ਨਾਨਕ ਸਾਹਿਬ ਦਾ ਵਿਚਾਰ ਹੈ ਜੀ, ਇਸ ਤਰ੍ਹਾਂ ਦਾ ਵੀ ਸਾਨੂੰ ਇਹ ਹੋਏ ਇਕੱਤਰ ਮਿਲੋ ਮੇਰੇ ਭਾਈ। ਸਭਨਾਂ ਨੂੰ ਆਪਣੇ ਭਰਾ ਆਖਿਆ ਵੀ ਹੇ ਮੇਰੇ ਭਰਾਓ, ਆਓ ਆਪਾਂ ਬਹਿ ਕੇ ਗੱਲ ਕਰੀਏ, ਝਗੜਾ ਕਿਹੜੀ ਗੱਲ ਦਾ ਹੈ, ਆਓ ਬਹਿ ਕੇ ਅਸੀਂ ਵਿਚਾਰੀਏ। ਇਹ ਗੱਲ ਸ਼੍ਰੀਮਤੀ ਪਰਲ ਜੀ ਕਹਿ ਰਹੇ ਨੇ ਕਿ ਗੁਰੂ ਨਾਨਕ ਦਾ ਜਿਹੜਾ ਪਿਆਰ ਦਾ ਸੰਦੇਸ਼ ਹੈ, ਇਹ ਦੁਨੀਆ ਵਿੱਚ ਅਮਨ ਤੇ ਸ਼ਾਂਤੀ ਨੂੰ ਬਹਾਲ ਕਰ ਸਕਦਾ ਹੈ।
ਤੀਸਰੀ ਗੱਲ ਮੈਂ ਕਰਨਾ ਚਾਹੁੰਦਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ। ਤੁਸੀਂ ਇਹਨਾਂ ਬਾਰੇ ਚੰਗੇ ਜਾਣਦੇ ਹੋਵੋਗੇ, ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ। ਇੰਗਲਿਸ਼ ਵਿੱਚ ਹੀ ਇਹ ਲਿਖਦੇ ਸਨ ਤੇ ਬਾਅਦ ਵਿੱਚ ਉਹ ਪੰਜਾਬੀ 'ਚ ਅਨੁਵਾਦ ਕੀਤਾ ਹੋਇਆ ਮਿਲਦਾ ਹੈ। ਇਹਨਾਂ ਨੇ ਜੀ ਜ਼ਿੰਦਗੀ ਵਿੱਚ ਬਹੁਤ ਕੁਝ ਵੇਖਿਆ, ਇਹਨਾਂ ਬੜੀ ਦੁਨੀਆ ਵੇਖੀ। ਅਸੀਂ ਤੇ ਖੂਹ ਦੇ ਡੱਡੂ ਆਂ ਜੀ, ਅਸੀਂ ਲੋਕ ਜਿਹੜੇ ਆ, ਸਾਨੂੰ ਕੁਝ ਵੀ ਨਹੀਂ ਪਤਾ ਦੁਨੀਆ ਕਿੱਥੇ ਵੱਸਦੀ ਹੈ, ਕੀ ਹੋ ਰਿਹਾ ਦੁਨੀਆ ਵਿੱਚ। ਅਸੀਂ ਤੇ 2 3 4 ਕਿਤਾਬਾਂ ਪੜ੍ਹੀਆਂ ਤੇ ਵਿਦਵਾਨ ਬਣ ਗਏ, ਐਸਾ ਨਹੀਂ ਹੈ। ਪ੍ਰੋਫੈਸਰ ਪੂਰਨ ਸਿੰਘ, ਇਹਨੇ ਜੀ ਪਹਿਲਾਂ ਸੰਨਿਆਸ ਧਾਰਨ ਕੀਤਾ, ਕਦੀ ਇਹ ਬੋਧੀ ਬਣਿਆ, ਕਦੀ ਜੈਨੀ ਬਣਿਆ, ਕਦੀ ਇਹਨੇ ਕੋਈ ਰੂਪ ਧਾਰਨ ਕੀਤਾ, ਕਦੀ ਕੋਈ ਕੀਤਾ, ਤੇ ਵੱਖ-ਵੱਖ ਮਹਾਂਪੁਰਸ਼ਾਂ ਤੋਂ ਸਿੱਖਿਆਵਾਂ ਲਈਆਂ, ਵੱਖ-ਵੱਖ ਇਹਨੇ ਤੌਰ ਤਰੀਕੇ ਅਪਣਾਏ ਜ਼ਿੰਦਗੀ ਨੂੰ ਜਿਉਣ ਦੇ, ਵੱਖ-ਵੱਖ ਢੰਗ ਅਪਣਾਏ, ਕਿਵੇਂ ਅੰਦਰਲੇ ਨੂੰ ਚੁੱਕ ਕੇ ਉੱਤੇ ਲਿਜਾਣਾ ਹੈ ਤੇ ਉਸ ਮਾਲਕ ਨਾਲ ਮਿਲਣਾ ਹੈ। ਬੜਾ ਯਤਨ ਕੀਤਾ ਇਹਨੇ। ਆਖਰ ਇਹ ਪੂਰੀ ਦੁਨੀਆ ਦਾ ਚੱਕਰ ਲਾ ਕੇ ਪੰਜਾਬ ਆਇਆ। ਭਾਈ ਵੀਰ ਸਿੰਘ ਦੀ ਸੰਗਤ ਮਿਲ ਗਈ। ਉਹ ਸੰਗਤ ਵਿੱਚੋਂ ਕੀ ਮਿਲਿਆ, ਉਹਨੇ ਜੋ ਲਿਖਿਆ ਤੁਸੀਂ ਆਪ ਪੜ੍ਹ ਸਕਦੇ ਹੋ। ਇਹ ਉਹਦਾ ਇੰਗਲਿਸ਼ ਦਾ ਟਰਾਂਸਲੇਸ਼ਨ ਹੈ ਜੀ। ਉਹ ਕਹਿੰਦਾ ਅਸੀਂ ਇਸ ਖਜ਼ਾਨੇ ਤੋਂ, ਯਾਨੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ, ਇਸ ਖਜ਼ਾਨੇ ਤੋਂ ਤਦੋਂ ਹੀ ਕੁਝ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ। ਇੱਥੇ ਪੜ੍ਹਦੇ ਹਾਂ ਲਿਖਿਆ ਜੀ, ਉਹਨਾਂ ਨੇ ਨਹੀਂ ਲਿਖਿਆ ਜਦੋਂ ਪੜ੍ਹਾਉਂਦੇ ਹਾਂ, ਇਹ ਨਹੀਂ ਲਿਖਿਆ। ਜਦੋਂ ਅਸੀਂ ਪੜ੍ਹਦੇ ਹਾਂ ਫਿਰ ਸਮਝਦੇ ਹਾਂ। ਹਰ ਚੀਜ਼ ਨੂੰ ਜਿਸ ਨੂੰ ਆਪਾਂ ਪੜ੍ਹੀਏ ਜੀ ਉਸ ਨੂੰ ਸਮਝਣਾ ਹੁੰਦਾ ਹੈ। ਜੇ ਅਸੀਂ ਸਮਝਦੇ ਨਹੀਂ ਤੇ ਫਿਰ ਪੜ੍ਹਿਆ ਵਿਅਰਥ ਚਲਾ ਜਾਂਦਾ। ਇਹ ਗੱਲ ਪੱਕੀ ਹੈ ਜੀ। ਦੁਨੀਆ ਦੀ ਕੋਈ ਕਿਤਾਬ ਲੈ ਲਓ, ਕੋਈ ਵਿਸ਼ਾ ਲੈ ਲਓ, ਕੋਈ ਫਲਸਫਾ ਲੈ ਲਓ, ਜੇ ਅਸੀਂ ਉਸ ਨੂੰ ਪੜ੍ਹ ਕੇ ਸਮਝਿਆ ਨਹੀਂ ਤੇ ਉਹ ਪੜ੍ਹਿਆ ਹੋਇਆ ਸਾਡਾ ਜਿਹੜਾ ਟਾਈਮ ਲਗਾਇਆ ਉਹ ਵਿਅਰਥ ਚਲਾ ਜਾਂਦਾ। ਜੇ ਅਸੀਂ ਉਸ ਨੂੰ ਸਮਝਿਆ ਏ ਤੇ ਫਿਰ ਸਾਡਾ ਸਮਾਂ ਸਕਾਰਥਾ ਹੁੰਦਾ। ਉਹਨੇ ਆਖਿਆ ਕਿ ਤੁਸੀਂ ਇਸ ਨੂੰ ਪੜ੍ਹਨਾ ਹੈ, ਫਿਰ ਇਸ ਨੂੰ ਸਮਝਣਾ ਹੈ। ਪੜ੍ਹਦੇ ਹਾਂ, ਸਮਝਦੇ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਇਸ ਦੀ ਸਲਾਹ ਦੀ ਪਾਲਣਾ ਕਰਦੇ ਹਾਂ। ਜੋ ਗੁਰੂ ਸਾਹਿਬ ਨੇ ਸਾਨੂੰ ਸਲਾਹਾਂ ਦਿੱਤੀਆਂ ਨੇ, ਇੱਕ ਸਲਾਹ ਗੁਰੂ ਨਾਨਕ ਸਾਹਿਬ ਦੀ ਮੈਨੂੰ ਬੜੀ ਹੀ ਚੰਗੀ ਲੱਗਦੀ ਰਹਿੰਦੀ ਹੈ ਹਰ ਵਕਤ। ਉਹ ਇਹ ਆ ਜੀ, ਤੁਸੀਂ ਵੀ ਜੇ ਯਾਦ ਰੱਖ ਸਕਣਾ ਤੇ ਰੱਖ ਲੈਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜੇ ਯਾਦ ਰੱਖ ਸਕੋ ਤੇ ਬਹੁਤ ਚੰਗਾ ਹੋਏਗਾ। ਸਾਡਾ ਜੀਵਨ ਹੀ ਤਬਦੀਲ ਹੋ ਜਾਣਾ ਹੈ। ਜਿੱਦਣ ਮੈਨੂੰ ਇਹ ਨਿਸ਼ਚਾ ਹੋ ਆਇਆ, ਕੇਵਲ ਜ਼ੁਬਾਨ ਤੋਂ ਕਹਿਣਾ ਨਹੀਂ ਜੀ, ਨਿਸ਼ਚਾ ਕਰਨਾ ਹੈ ਕਿ ਸਾਰੀ ਦੁਨੀਆ ਮੇਰੇ ਨਾਲੋਂ ਚੰਗੀ ਹੈ। ਬਸ ਇਹ ਗੱਲ ਜਿਸ ਦਿਨ ਸਾਡੇ ਖਾਨੇ 'ਚ ਪੈ ਗਈ, ਸਾਰੀ ਦੁਨੀਆ ਸੱਚਮੁੱਚ ਹੀ ਚੰਗੀ ਹੋ ਜਾਣੀ ਹੈ ਤੇ ਉਹਦੇ ਨਾਲ ਫਿਰ ਆਪਾਂ ਵੀ ਚੰਗੇ ਹੋ ਜਾਵਾਂਗੇ। ਸੁਕਰਾਤ ਨੂੰ ਜਦੋਂ ਬਜ਼ੁਰਗ ਅਵਸਥਾ ਵਿੱਚ ਉਹ ਪਹੁੰਚਿਆ ਸੀ ਨਾ ਜੀ, ਤੇ ਉਹਨੂੰ ਜਿੱਦਣ ਉਹਨੇ ਜ਼ਹਿਰ ਦਾ ਪਿਆਲਾ ਪੀਣਾ ਸੀ ਤੇ ਕੁਝ ਲੋਕ ਨਾ ਸਿਆਣੇ ਉਸ ਪਿੰਡ ਦੇ ਇਕੱਠੇ ਹੋਏ ਤੇ ਆ ਕੇ ਉਹਨਾਂ ਨੇ ਸੁਕਰਾਤ ਨੂੰ ਆਖਿਆ ਵੀ ਮਹਾਂਪੁਰਸ਼ੋ, ਤੁਸੀਂ ਸੰਸਾਰ ਨੂੰ ਛੱਡ ਕੇ ਜਾ ਰਹੇ ਹੋ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਲਈ ਆਏ ਹਾਂ ਕਿ ਤੁਸੀਂ ਸਾਨੂੰ ਬੜੀਆਂ ਸੋਹਣੀਆਂ ਸਿੱਖਿਆਵਾਂ ਦਿੱਤੀਆਂ ਨੇ। ਸਾਡਾ ਜੀਵਨ ਬਦਲ ਗਿਆ ਤੁਹਾਡੀਆਂ ਸਿੱਖਿਆਵਾਂ ਨੂੰ ਸੁਣ ਕੇ। ਅਸੀਂ ਤੁਹਾਡਾ ਕੇਵਲ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਹਾਂ। ਉਹਨੇ ਆਖਿਆ ਸੀ, ਤੁਸੀਂ ਮੇਰਾ ਧੰਨਵਾਦ ਨਾ ਕਰੋ, ਮੈਨੂੰ ਤੇ ਕੁਝ ਵੀ ਨਹੀਂ ਆਉਂਦਾ, ਮੈਂ ਤੇ ਅਗਿਆਨੀ ਹਾਂ। ਉਹਨਾਂ ਆਖਿਆ, ਨਹੀਂ, ਤੁਹਾਡੇ ਜਿਹਾ ਤੇ ਗਿਆਨਵਾਨ ਸਾਡੇ ਇਸ ਪੂਰੇ ਏਰੀਏ ਵਿੱਚ ਕੋਈ ਆਦਮੀ ਨਹੀਂ। ਉਹਨੇ ਆਖਿਆ, ਇਹੋ ਹੀ ਭਰਮ ਪਹਿਲਾਂ ਮੈਨੂੰ ਵੀ ਸੀ ਕਿ ਮੈਂ ਬਹੁਤ ਗਿਆਨੀ ਹਾਂ, ਪਰ ਜਿਵੇਂ ਜਿਵੇਂ ਮੈਂ ਗਿਆਨ ਨੂੰ ਹੋਰ ਪੜ੍ਹਿਆ, ਜਿਵੇਂ ਜਿਵੇਂ ਮੈਂ ਗਿਆਨ ਨੂੰ ਹੋਰ ਸਮਝਿਆ, ਜਿਵੇਂ ਜਿਵੇਂ ਮੈਂ ਆਪਣੇ ਜੀਵਨ ਵਿੱਚ ਉਹਨਾਂ ਮਹਾਂਪੁਰਸ਼ਾਂ ਦੀਆਂ ਦਿੱਤੀਆਂ ਹੋਈਆਂ ਸਲਾਹਾਂ ਨੂੰ ਅਪਣਾਇਆ ਤੇ ਮੈਂ ਇਹ ਪਾਇਆ ਕਿ ਮੈਂ ਗਿਆਨੀ ਨਹੀਂ ਹਾਂ, ਮੈਨੂੰ ਕੁਝ ਵੀ ਨਹੀਂ ਆਉਂਦਾ। ਕਿਸੇ ਵਿਦਵਾਨ ਨੇ ਬੜਾ ਹੀ ਸੋਹਣਾ ਲਿਖਿਆ ਹੈ। ਉਹ ਕਹਿੰਦਾ, ਸੋਚਾ ਥਾ, ਵੈਸੇ ਡਾਕਟਰ ਇਕਬਾਲ ਦਾ ਸ਼ੇਅਰ ਹੈ, ਮੈਨੂੰ ਲੱਗਦਾ ਇਸ ਤਰ੍ਹਾਂ ਦੀ ਭਾਸ਼ਾ ਉਹ ਹੀ ਵਰਤਦੇ ਨੇ। ਸੋਚਾ ਥਾ ਇਲਮ ਸੇ ਕੁਛ ਜਾਣेंगे, ਜਾਣਾ तो ये ਜਾਣਾ ਕਿ ਜਾਣਾ ਕੁਛ ਵੀ ਨਹੀਂ। ਸਾਰੀ ਜ਼ਿੰਦਗੀ ਪੜ੍ਹ ਕੇ ਢੇਰ ਲਾ ਦਿੱਤੇ ਕਿਤਾਬਾਂ ਦੇ, ਅਖੀਰ ਇਹ ਸਮਝ ਆਈ ਕਿ ਜਾਣਿਆ ਤੇ ਕੁਝ ਵੀ ਨਹੀਂ, ਸਮਝਣਾ ਤੇ ਇੱਕ ਅੱਖਰ ਸੀ,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਇੱਕ ਅੱਖਰ ਵਸ ਜਾਏ ਮਨ ਵਿੱਚ ਵਾਹਿਗੁਰੂ ਵਾਲਾ, ਇੱਕ ਅੱਖਰ ਵਸ ਜਾਏ ਮਨ ਵਿੱਚ ਸਤਨਾਮ ਵਾਲਾ, ਇੱਕ ਅੱਖਰ ਵਸ ਜਾਏ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸੋ ਅੱਜ ਮੈਂ ਵਿਚਾਰ ਇੱਥੇ ਹੀ ਸਮਾਪਤ ਕਰਦਾ ਜੀ। ਅਗਲੀ ਵਾਰੀ ਆਪਾਂ ਨਾ ਜਿਹੜੇ ਮੇਰੇ ਵਿਚਾਰ ਸਨ, ਮੇਰੇ ਤੇ ਨਹੀਂ, ਵਿਚਾਰ ਨੇ ਮਹਾਂਪੁਰਸ਼ਾਂ ਦੇ, ਗੁਰੂ ਸਾਹਿਬਾਨ ਦੇ, ਉਹਨਾਂ ਵਿਚਾਰਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਤੇ ਉਹ ਵਿਚਾਰ ਨੇ ਕਿ ਗੁਰੂ ਦੇ 3 ਰੂਪ ਹੁੰਦੇ ਨੇ। ਉਹ 3 ਰੂਪ ਕਿਹੜੇ ਨੇ, ਆਪਾਂ ਉਹਨਾਂ 3 ਰੂਪਾਂ ਨੂੰ ਅਗਲੀ ਕਥਾ ਵਿੱਚ ਸਮਝ ਕੇ ਤੇ ਫਿਰ ਅੱਗੇ ਜੋ ਗੁਰੂ ਮਹਾਰਾਜ ਮਿਹਰ ਕਰਨਗੇ ਉਹਦੇ ਅਨੁਸਾਰ ਆਪਾਂ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ। ਇੰਨੇ ਕੁ ਸ਼ਬਦ ਤੁਸੀਂ ਪ੍ਰਵਾਨ ਕਰਨਾ ਜੀ। ਆਪ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਟਿਕਾ ਵਿੱਚ ਬਹਿ ਕੇ ਇਸ ਵਿਚਾਰ ਨੂੰ ਸ਼ਰਵਣ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।